11ਵੀਂ पौड़ी 16ਵੀਂ। पिरथी मल तुलसा भला मलन गुर सेवा हितकारी रामू दीपा उगर सैन नागुरी गुर शब्द विचारी। वाहिगुरु जी का खालसा वाहिगुरु जी की फतेह। पिरथी मल तुलसा भला मलन गुर सेवा हितकारी। वाहिगुरु जी का खालसा वाहिगुरु जी की फतेह। भाई गुरदास जी 11ਵੀਂ ਵਾਰ ਤੇ 16ਵੀਂ ਪੌੜੀ ਦੇ ਵਿੱਚ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਦਾ ਵਰਣਨ ਕਰਦੇ ਹਨ ਜੋ ਮਹਾਰਾਜ ਨੂੰ ਆ ਕੇ ਡੱਲੇ ਵਿੱਚ ਮਿਲੇ। ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਇਹ ਸਿੱਖ ਜਿਹੜੇ ਸਨ ਪ੍ਰਿਥੀ ਮਲ ਤੁਲਸਾ ਤੇ ਮੱਲਣ ਜਿਹੜੇ ਸਨ ਇਹ ਜਿਹੜੇ ਹਨ ਪ੍ਰਿਥੀ ਮਲ ਤੁਲਸਾ ਭਲਾ ਮੱਲਣ ਗੁਰ ਸੇਵ ਹਿਤਕਾਰੀ ਜਿਨ੍ਹਾਂ ਨੂੰ ਸੇਵਾ ਕਰਨ ਵਿੱਚ ਹਿਤਕਾਰੀ ਮੀਨਸ ਜਿਨ੍ਹਾਂ ਨੂੰ ਪਿਆਰ ਹੈ ਜਿਨ੍ਹਾਂ ਨੂੰ ਪ੍ਰੇਮ ਹੈ ਕਿ ਅਸੀਂ ਸੇਵਾ ਕਰੀਏ ਗੁਰੂ ਮਹਾਰਾਜ ਦੀ ਖੁਸ਼ੀ ਪ੍ਰਾਪਤ ਕਰੀਏ। ਤੇ ਇਹਨਾਂ ਦੀ ਸਾਖੀ ਜਿਵੇਂ ਸ਼ਹੀਦ ਭਾਈ ਮਨੀ ਸਿੰਘ ਨੇ ਸਿੱਖਾਂ ਦੀ ਭਗਤਮਾਲਾ ਵਿੱਚ ਲਿਖੀ ਹੈ ਉਹ ਆਪ ਜੀ ਸੁਣੋ। डल्ले जब तीसरी पातशाही गुरु अमरदास जी आए उतरे पिरथी मल ते तुलसा भले जात दे ऐसन। ਸੋ ਜਦੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਡੱਲੇ ਗਏ ਤੇ ਜਦੋਂ ਡੱਲੇ ਪਹੁੰਚੇ ਤਾਂ ਕਈ ਗੁਰਸਿੱਖਾਂ ਨੇ ਆ ਕੇ ਮਹਾਰਾਜ ਦੇ ਦਰਸ਼ਨ ਕੀਤੇ ਕਈ ਆ ਕੇ ਮਹਾਰਾਜ ਜੀ ਨੂੰ ਮਿਲੇ ਗੁਰੂ ਅਮਰਦਾਸ ਜੀ ਨੂੰ। ਉਸ ਵੇਲੇ ਡੱਲੇ ਜਬ ਤੀਸਰੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਆਏ ਉਤਰੇ। ਸੋ ਜਦੋਂ ਉੱਥੇ ਪਹੁੰਚੇ ਤਾਂ ਉੱਥੇ ਕਿਹੜੇ ਸਿੱਖ ਮਿਲੇ ਉਹਨਾਂ ਬਾਰੇ ਕਹਿੰਦੇ ਹਨ ਪ੍ਰਿਥੀ ਮਲ ਤੇ ਤੁਲਸਾ ਇਹ ਦੋ ਸਿੱਖ ਹਨ। ਪ੍ਰਿਥੀ ਮਲ ਤੇ ਤੁਲਸਾ ਇਹ ਭੱਲੇ ਜਾਤ ਦੇ ਸਨ। ਹੁਣ ਭੱਲੇ ਜਿਹੜਾ ਹੈ ਮਹਾਰਾਜ ਗੁਰੂ ਅਮਰਦਾਸ ਜੀ ਦਾ ਕਲੈਨ ਹੈ। ਜਿਵੇਂ ਆਪਾਂ ਕਹਿ ਦਈਏ ਵੀ ਗੁਰੂ ਨਾਨਕ ਮਹਾਰਾਜ ਜੀ ਬੇਦੀ ਕੁਲ ਦੇ ਸਨ ਗੁਰੂ ਅੰਗਦ ਦੇਵ ਜੀ ਤ੍ਰੇਹਨ ਕੁਲ ਦੇ ਸਨ ਗੁਰੂ ਅਮਰਦਾਸ ਜੀ ਭੱਲਿਆਂ ਵਾਲੇ ਸਨ ਹਾਂਜੀ ਭੱਲੇ ਕੁਲ ਦੇ ਸਨ ਤੇ ਗੁਰੂ ਰਾਮਦਾਸ ਜੀ ਸੋਢੀ ਸਨ। ਸੋ ਫਰਮ ਗੁਰੂ ਰਾਮਦਾਸ ਜੀ ਔਨਵਰਡ ਸਾਰੇ ਗੁਰੂ ਸੋਢੀ ਸਨ ਅੰਟਿਲ ਗੁਰੂ ਗੋਬਿੰਦ ਸਿੰਘ ਮਹਾਰਾਜ। ਸੋ ਇਹ ਜਿਹੜਾ ਹੈ ਕਹਿੰਦੇ ਇਹ ਭੱਲੇ ਜਾਤ ਵਿੱਚੋਂ ਸਨ। ਸੋ ਵੀ ਦਰਸ਼ਨ ਨੂੰ ਆਏ ਪ੍ਰਾਪਤ ਹੋਏ ਉਹ ਵੀ ਆ ਕਰਕੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਏ। ਉਹ ਕਹਿਣ ਲੱਗੇ ਅਸੀਂ ਤੁਸਾਡੀ ਜਾਤ ਹਾਂ। ਤੇ ਉਹਨਾਂ ਨੂੰ ਥੋੜਾ ਜਿਹਾ ਹੰਕਾਰ ਸੀ ਮਾਣ ਸੀ ਉਹ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਜਿਵੇਂ ਆਪਣਾ ਕੋਲਿਕ ਨੂੰ ਕੋਈ ਮਿਲਦਾ ਹੁੰਦਾ ਹੈ ਨਾ ਜਾਂ ਜੋ ਕੋਈ ਆਪਣੇ ਭਰਾ ਨੂੰ ਮਿਲਦਾ ਹੁੰਦਾ ਹੈ ਉਹਨਾਂ ਨੇ ਥੋੜੀ ਜਿਹੀ ਪ੍ਰਾਈਡ ਰੱਖੀ ਮਹਾਰਾਜ ਨੂੰ ਕਹਿੰਦੇ ਕਿ ਆਪਾਂ ਸੇਮ ਭੱਲੇ ਹਾਂ ਸੇਮ ਕਲੈਨ ਦੇ ਵਿੱਚੋਂ ਹਾਂ ਸੇਮ ਆਪਣੀ ਜਾਤ ਹੈ ਸੋ ਆਪਾਂ ਸੇਮ ਫੈਮਿਲੀ ਵਿੱਚੋਂ ਹਾਂ। ਸੋ ਕਹਿੰਦੇ ਆਪਣਾ ਜਿਹੜੀ ਗੋਤ ਹੈ ਇਹ ਸੇਮ ਹੈ। ਸੋ ਇਸ ਕਰਕੇ ਕਹਿੰਦੇ ਵੀ ਦੂਸਰਿਆਂ ਨਾਲੋਂ ਅਸੀਂ ਥੋੜੇ ਜਿਹੇ ਵੱਡੇ ਹਾਂ ਬਿਕੋਜ਼ ਵੀ ਆਰ ਫਰਮ ਦ ਸੇਮ ਭੱਲੇ ਕੁੱਲ ਦੇ ਹਾਂ ਹੈ ਨਾ। ਸੋ ਉਹਨਾਂ ਨੂੰ ਇਹ ਮਾਣ ਸੀ ਥੋੜਾ ਜਿਹਾ ਹੰਕਾਰ ਸੀ। ਤਾਂ ਗੁਰੂ ਅਮਰਦਾਸ ਜੀ ਬੋਲੇ ਗੁਰੂ ਕੀ ਜਾਤ ਕੋਈ ਨਹੀਂ। ਹਾਂ ਤੇ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਜੀ ਇਹ ਸੁਣ ਕੇ ਕਹਿੰਦੇ ਦੇਖੋ ਗੁਰੂ ਦੀ ਕੋਈ ਜਾਤ ਨਹੀਂ ਹੁੰਦੀ ਨਾ ਗੁਰੂ ਬੇਦੀ ਹੈ ਨਾ ਤ੍ਰੇਹਨ ਹੈ ਨਾ ਭੱਲੇ ਹੈ। ਕਹਿੰਦੇ ਗੁਰੂ ਦੀ ਜਾਤ ਨਹੀਂ ਹੁੰਦੀ ਗੁਰੂ ਜਿਹੜਾ ਸਾਰਿਆਂ ਦਾ ਸਾਂਝਾ ਹੁੰਦਾ ਹੈ ਗੁਰੂ ਮਨੁੱਖੀ ਜਾਤ ਤੋਂ ਉੱਤੇ ਉੱਠਦਾ ਹੈ ਨਾ ਜਿਹੜੀ ਆਪਾਂ ਹਾਂ ਆਪਣੀ ਕੋਈ ਜਿਹੜੀ ਹੈ ਬਲੱਡ ਲਾਈਨ ਚੱਲਦੀ ਆਉਂਦੀ ਹੈ ਜਿਹਦੇ ਕਰਕੇ ਆਪਣੇ ਗੋਤ ਹਨ। ਸੋ ਕੋਈ ਜਿਹੜਾ ਹੈ ਕਿੰਨੇ ਗੋਤ ਹਨ ਆਪ ਜੀ ਨੂੰ ਪਤਾ ਹੀ ਹੈ ਹਾਂਜੀ। ਸੋ ਕੋਈ ਸੰਧੂ ਹੋਇਆ ਕੋਈ ਢਾਲੀਵਾਲ ਹੋਇਆ ਕੋਈ ਇਹ ਸਾਰੇ ਗੋਤ ਹਨ। ਸੋ ਦੈਟ ਮੀਨਸ ਇਹ ਜਿਹੜਾ ਹੈ ਇਹ ਲਾਈਨੇਜ ਨੂੰ ਟਰੇਸ ਕਰਦੇ ਹਨ ਅਖੀਰ ਤੱਕ ਵੀ ਆਪਣੀ ਜਿਹੜੀ ਫੈਮਿਲੀ ਹੈ ਕਿੱਥੋਂ ਵਧੀ ਹੈ। ਸੋ ਗੁਰੂ ਮਹਾਰਾਜ ਕਹਿੰਦੇ ਭਾਵੇਂ ਹਾਂ ਅਸੀਂ ਭੱਲਿਆਂ ਵਿੱਚੋਂ ਸੀ ਪਰ ਕਹਿੰਦੇ ਜਦੋਂ ਗੁਰੂ ਕੋਈ ਗੁਰੂ ਬਣ ਜਾਂਦਾ ਹੈ ਨਾ ਜੋ ਕੋਈ ਪਰਮੇਸ਼ਰ ਨਾਲ ਇੱਕ ਹੋ ਜਾਂਦਾ ਹੈ ਨਾ ਉਹਦੀ ਕੋਈ ਜਾਤ ਨਹੀਂ ਹੁੰਦੀ ਕਿਉਂਕਿ ਜਾਤ ਇਹ ਸਰੀਰ ਦੀ ਹੈ ਇਹ ਟਰੇਸ ਕਰਦੀ ਆਪਾਂ ਕਿੱਥੋਂ ਆਏ ਹਾਂ ਜਿਹਦੀ ਆਈਡੈਂਟੀਟੀ ਪਰਮੇਸ਼ਰ ਬਣ ਜਾਵੇ। ਹੁਣ ਦੇਖੋ ਭਗਤ ਨੂੰ ਕਿਵੇਂ ਲੋਕ ਜਾਣਦੇ ਹਨ ਕਿਉਂਕਿ ਉਹ ਪਰਮੇਸ਼ਰ ਨੂੰ ਯਾਦ ਕਰਦਾ ਹੈ ਇਸ ਕਰਕੇ ਉਹ ਭਗਤ ਹੈ। ਸੋ ਉਹ ਭਗਤੀ ਕਰਦਾ ਹੈ। ਜੇ ਉਹ ਸਿਮਰਨ ਕਰਨ ਵਾਲਾ ਹੈ ਤਾਂ ਪਰਮੇਸ਼ਰ ਦਾ ਨਾਮ ਸਿਮਰਨ ਕਰਨ ਵਾਲਾ ਲੱਗਿਆ ਉਹਨੂੰ ਕੋਈ ਸੰਤ ਕਹਿ ਦਿੰਦਾ ਹੈ ਸਾਧੂ ਕਹਿ ਦਿੰਦਾ ਹੈ ਮਹਾਪੁਰਸ਼ ਕਹਿ ਦਿੰਦਾ ਹੈ। ਸੋ ਜਿਹੜਾ ਵੀ ਕੋਈ ਪਰਮੇਸ਼ਰ ਨਾਲ ਜੁੜ ਜਾਂਦਾ ਹੈ ਕਹਿੰਦੇ ਉਹਨਾਂ ਕੋਈ ਜਾਤ ਨਹੀਂ ਹੁੰਦੀ ਕਿਉਂਕਿ ਜਾਤ ਜਿਹੜੀ ਸਰੀਰ ਨਾਲ ਜੁੜੀ ਹੁੰਦੀ ਹੈ। ਕਹਿੰਦੇ ਇਸ ਕਰਕੇ ਗੁਰੂ ਵੀ ਜਾਤਾਂ ਤੋਂ ਉੱਤੇ ਹੈ। ਸੋ ਇਹ ਨਹੀਂ ਆਪਾਂ ਕਹਿ ਸਕਦੇ ਵੀ ਜਿਹੜੇ ਗੁਰੂ ਦੀ ਜਾਤ ਜਾਂ ਗੁਰੂ ਦੇ ਗੋਤ ਨੂੰ ਸ਼ਹਿ ਕਰਦੇ ਨੇ ਹਾਂਜੀ ਉਹ ਵੱਡੇ ਨੇ। ਮਹਾਰਾਜ ਕਹਿੰਦੇ ਨਹੀਂ ਸਾਰੇ ਸਿੱਖ ਇਕੁਅਲ ਹਨ ਸਾਰੇ ਇਕੁਅਲ ਹਨ ਕਿਉਂਕਿ ਇੱਕ ਗੱਲ ਦੀ ਪਰ ਇੱਥੇ ਜਿਹੜਾ ਹੈ ਮੈਂਸ਼ਨ ਕਰਨਾ ਜ਼ਰੂਰੀ ਹੈ
ਕਿਉਂਕਿ ਆਪਾਂ ਨੂੰ ਇਹ ਜਿਹੜੀ ਲਾਈਨੇਜ ਜਿਹੜੀ ਹੈ ਆਪਾਂ ਨੂੰ ਕਿਉਂ ਟਰੇਸ ਕਰਨੀ ਪੈਂਦੀ ਹੈ। ਜਿਵੇਂ ਹੁਣ ਕੋਈ ਸਿੱਧੂ ਹੋਇਆ, ਕੋਈ ਸੰਧੂ ਹੋਇਆ, ਹਾਂਜੀ ਕੋਈ ਗਿੱਲ ਹੋਇਆ, ਸੋ ਇਹ ਸਾਰੀਆਂ ਜਿੰਨੀਆਂ ਇਹ ਜਿਹੜੀਆਂ ਹਨ ਇਹ ਗੋਦ ਨੇ ਆਪਣੇ ਆਪਾਂ ਨੂੰ ਇਸ ਕਰਕੇ ਇਹਨਾਂ ਨੂੰ ਦੇਖਣਾ ਪੈਂਦਾ, ਕਿਉਂਕਿ ਰਹਿਤਨਾਮਿਆਂ ਵਿੱਚ ਲਿਖਿਆ ਹੋਇਆ ਹੈ ਕਿ ਜਦੋਂ ਵੀ ਵਿਆਹ ਕਰਨਾ ਹੈ ਨਾ ਯੂ ਕੈਨੋਟ ਬੀ ਮੈਰਿਡ, ਜਿਹੜਾ ਹੈ ਜਿਵੇਂ ਹੁਣ ਕੋਈ ਸਿੱਧੂ ਹੋਵੇ, ਹੀ ਕੈਨੋਟ ਬੀ ਮੈਰਿਡ ਟੂ ਐਨੀਵਨ ਜਿਹੜਾ ਹੈ who are related to Sidhu, that means ਨਾਨਕੇ ਤੇ ਦਾਦਕੇ, the mother side or the father side should not be from that ਗੋਦ। ਡਾਇਰੈਕਟਲੀ ਜਿਹੜੇ ਪੈਰੈਂਟਸ ਹੁੰਦੇ ਨੇ ਉਹਨਾਂ ਦੀ ਗੋਦ ਸੇਮ ਨਹੀਂ ਹੋ ਸਕਦੀ। ਮਤਲਬ ਜੇ ਕੋਈ ਸਿੱਧੂ ਨਾਲ ਵਿਆਹ ਕਰ ਰਿਹਾ ਹੈ ਤਾਂ ਉਹਨਾਂ ਦੀ ਮਾਂ ਵੀ ਸਿੱਧੂ ਤੋਂ ਨਹੀਂ ਚਾਹੀਦੀ ਤੇ ਪਿਓ ਵੀ ਸਿੱਧੂ ਦਾ ਨਹੀਂ ਚਾਹੀਦਾ। ਸੋ ਦੈਟ ਮੀਨਸ ਇਹ ਦੋ ਗੋਦ ਛੱਡ ਕੇ ਕਰ ਰਹੇ, ਬਿਕਾਜ਼ ਸਿੱਧੂ ਮੀਨਸ ਇਜ਼ ਕਮਿੰਗ ਫਰਮ ਦ ਸੇਮ ਫੈਮਿਲੀ, ਉਹ ਸੇਮ ਫੈਮਿਲੀ ਹੈ, ਕਿਉਂਕਿ ਉਹ ਫੈਮਿਲੀ ਜਿਹੜੀ ਐਕਸਪੈਂਡ ਹੋਈ ਹੈ। ਸੋ ਉੱਥੇ ਕੀ ਹੁੰਦਾ ਹੈ ਜਦੋਂ ਐਸੇ ਮੈਰਿਜਸ ਹੋਣ ਲੱਗ ਜਾਂਦੇ ਆ ਨਾ, ਜਿਵੇਂ ਕੋਈ ਸਿੱਧੂ ਜਾਂ ਇਨ ਦ ਸੇਮ ਫੈਮਿਲੀ ਜਿਹੜੇ ਵਿਆਹ ਹੁੰਦੇ ਨੇ, ਉੱਥੇ ਫਿਰ ਬਹੁਤ ਜ਼ਿਆਦਾ ਪ੍ਰੋਬਲਮ ਪੈਂਦੇ ਨੇ। ਇਸ ਕਰਕੇ ਫਿਰ ਜਿਹੜੇ ਡਿਸਏਬਲਡ ਚਾਈਲਡ ਪੈਦਾ ਹੁੰਦੇ ਨੇ, ਮਿਸਕੈਰੇਜ ਹੁੰਦੇ ਨੇ, ਉਹ ਫਿਰ ਗਾਂ ਇਹ ਚੀਜ਼ਾਂ ਨੂੰ ਉਹ ਜੈਨੇਟਿਕਲੀ ਉਹ ਰਿਜੈਕਟ ਕਰਦੀਆਂ ਨੇ ਇਹ ਚੀਜ਼ਾਂ, ਬਿਕੋਜ਼ ਉਹ ਸੇਮ ਚੀਜ਼ ਆ ਕੇ ਮਿਲਦੀ ਹੈ। ਸੋ ਇਸ ਕਰਕੇ ਮਹਾਰਾਜ ਵੀ ਕਹਿੰਦੇ ਨੇ ਵੀ ਇਹ ਦੋ ਗੋਦ ਛੱਡਣੇ ਪੈਂਦੇ ਨੇ। ਪਰ ਇੱਥੇ ਜਿਹੜੀ ਗੱਲ ਚੱਲ ਰਹੀ ਆ ਨਾ, ਜਿਵੇਂ ਹੁਣ ਇਹ ਦੋ ਸਿੱਖ ਆਉਂਦੇ ਨੇ ਗੁਰੂ ਅਮਰਦਾਸ ਜੀ ਕੋਲ, ਕਹਿੰਦੇ ਮਹਾਰਾਜ ਆਪਾਂ ਸੇਮ ਗੋਤ ਜਾਤ ਦੇ ਹਾਂ, ਆਪਾਂ ਸੇਮ ਗੋਤ ਦੇ ਹਾਂ, ਵੀ ਆਪਣਾ ਲੈਵਲ ਸੇਮ ਹੈ। ਇਹ ਕਰ ਰਹੇ ਨੇ, ਇਹ ਚੀਜ਼ ਨੂੰ ਉਹ ਐਮਫਸਾਈਜ਼ ਕਰ ਰਹੇ ਨੇ ਵੀ ਆਪਾਂ ਸੇਮ ਹਾਂ, ਇਸ ਕਰਕੇ ਵੀ ਆਰ ਕਲੋਜ਼ਰ ਟੂ ਯੂ, ਵੀ ਆਰ ਇਕੁਅਲੈਂਟ ਟੂ ਯੂ। ਸੋ ਮਹਾਰਾਜ ਕਹਿੰਦੇ ਨਹੀਂ, ਕਿਉਂਕਿ ਇੱਕ ਸਿੱਖ ਵਾਸਤੇ ਉਹਨੂੰ ਸਿੱਖ ਬਣਨਾ ਜ਼ਰੂਰੀ ਹੈ ਤੇ ਇੱਕ ਗੁਰੂ ਨੂੰ ਉਹਦਾ ਸਤਿਕਾਰ ਦੇਣਾ ਜ਼ਰੂਰੀ ਹੈ। ਦਿਸ ਦ ਬਿਗਿਨਿੰਗ ਆਫ ਸਪਿਰਿਚੁਅਲ ਲਾਈਫ। ਸਪਿਰਿਚੁਅਲ ਲਾਈਫ ਕਿੱਥੋਂ ਬਿਗਿਨ ਹੁੰਦੀ ਹੈ? ਜਦੋਂ ਆਪਾਂ ਸੱਚੇ ਸੁੱਚੇ ਸਿੱਖ ਬਣੀਏ। ਭਾਵੇਂ ਜਿਹੜਾ ਹੈ ਸੀ ਵਾਟ ਹੈਪਨਸ ਹੇਅਰ ਇਜ਼, ਭਾਵੇਂ ਜਿਵੇਂ ਗੁਰੂ ਅੰਗਦ ਦੇਵ ਜੀ ਗੁਰੂ ਬਣ ਗਏ ਨੇ ਨਾ, ਸੋ ਗੁਰੂ ਅਮਰਦਾਸ ਜੀ ਉਹਨਾਂ ਦੇ ਕੁੜਮ ਨੇ, ਬਿਕੋਜ਼ ਉਹਨਾਂ ਦਾ ਜਿਹੜਾ ਹੈ ਉਹਨਾਂ ਦਾ ਭਾਣਜਾ ਵਿਆਹਿਆ ਸੀਗਾ ਗੁਰੂ ਅੰਗਦ ਦੇਵ ਜੀ ਦੀ ਲੜਕੀ ਨੂੰ ਬੀਬੀ ਅਮਰੋ ਜੀ ਦੇ ਨਾਲ। ਸੋ ਨਾ ਰਿਸ਼ਤੇ ਵਿੱਚ ਗੁਰੂ ਅਮਰਦਾਸ ਵਾਸ ਹਾਈਅਰ ਦੈਨ ਗੁਰੂ ਅੰਗਦ ਦੇਵ ਜੀ ਰਿਸ਼ਤਿਆਂ ਦੇ ਵਿੱਚ। ਪਰ ਫਿਰ ਵੀ ਜਦੋਂ ਮਹਾਰਾਜ ਉਹਨਾਂ ਕੋਲ ਗਏ, ਕਹਿੰਦੇ ਮੈਂ ਸਿੱਖ ਬਣ ਕੇ ਆਇਆ ਹਾਂ, ਆਈ ਐਮ ਨਾਟ here as a kodam, I don't want to be respected as a kodam, I came here as a Sikh। So ਇੱਥੇ ਇੱਕ ਸਿੱਖ ਤੇ ਗੁਰੂ ਦਾ ਰਿਸ਼ਤਾ ਹੈ which has to be maintained, which has to be there, otherwise ਉਹ ਸਿੱਖ ਨੂੰ ਸਿੱਖਿਆ ਨਹੀਂ ਮਿਲੇਗੀ। Now how can you learn if you don't become a student? How will your journey start when you are not in the position of learning? So ਉੱਥੇ ਗੱਲ ਨਹੀਂ ਬਣਦੀ। ਇਸ ਕਰਕੇ ਗੁਰੂ ਮਹਾਰਾਜ ਜੀ ਕਹਿੰਦੇ ਨੇ ਵੀ ਇੱਕ ਗੁਰੂ ਤੇ ਸਿੱਖ ਜਿਹੜਾ ਹੈ ਇਹ ਰਿਸ਼ਤਾ ਜ਼ਰੂਰੀ ਹੈ। ਪਰ ਆਫ ਕੋਰਸ ਉਹ ਸਮਾਂ ਆਉਂਦਾ ਹੈ ਜਿੱਥੇ ਗੁਰੂ ਵਡਿਆਈ ਦਿੰਦਾ ਹੈ, ਗੁਰੂ ਆਪਣਾ ਸਰੂਪ ਬਣਾ ਲੈਂਦਾ ਸਿੱਖ ਨੂੰ। ਦੈਟ ਇਜ਼ ਸਮਥਿੰਗ ਡਿਫਰੈਂਟ। ਦੇਖੋ ਜਿਵੇਂ ਗੁਰੂ ਨਾਨਕ ਆ, ਹੀ ਇਜ਼ ਗੋਡ ਹਿਮਸੈਲਫ, ਆਪ ਪਰਮੇਸ਼ਰ ਸਰੀਰ ਧਾਰਨ ਕਰਕੇ ਦੁਨੀਆ ਤੇ ਆਇਆ। ਬਟ ਦੈਨ ਗੁਰੂ ਨਾਨਕ ਨੇ ਜਦੋਂ ਪ੍ਰੀਚ ਕੀਤਾ, ਗੁਰੂ ਨਾਨਕ ਨੇ ਇਹ ਦੱਸਿਆ ਵੀ ਇੱਕ ਨਿਰਗੁਣ ਪਰਮਾਤਮਾ ਹੈ, ਆਪਾਂ ਉਹਦੇ ਨਾਲ ਜੁੜਨਾ ਹੈ। ਸੀ ਆਪਾਂ ਸਰੀਰ ਨਾਲ ਨਹੀਂ ਜੁੜਨਾ, ਇਹ ਬੋਡੀ ਨਾਲ ਨਹੀਂ ਜੁੜਨਾ। ਇਸ ਕਰਕੇ ਗੁਰੂ ਮਹਾਰਾਜ ਜੀ ਐਟ ਲਾਸਟ ਗੇਵ ਅਸ ਬਾਣੀ, ਵੀ ਬਾਣੀ ਹੀ ਗੁਰੂ ਹੈ, ਵੀ ਬਾਣੀ ਗੁਰੂ ਹੈ, ਸਰੀਰ ਗੁਰੂ ਨਹੀਂ ਹੈ। ਸੋ ਇਸ ਕਰਕੇ ਪਰ ਸਿੱਖ ਦੀ ਭਾਵਨਾ ਜਿਹੜੀ ਹੈ ਉਹ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਇੱਕ ਗੁਰੂ ਨੂੰ ਇੱਕ ਸਰੀਰ ਕਰਕੇ ਉਹ ਪੂਜਦਾ ਹੋਵੇ। ਦੈਟ ਇਜ਼ ਦ ਬਿਗਿਨਿੰਗ। ਸੋ ਲਾਈਕ ਟੇਕ ਐਨ ਐਗਜ਼ਾਮਪਲ ਆਫ ਭਗਤ ਧੰਨਾ ਜੀ। ਭਗਤ ਧੰਨਾ ਜੀ ਨੇ ਇੱਕ ਪੱਥਰ ਨੂੰ ਰੱਬ ਮੰਨਿਆ। ਕੀ ਹੋਇਆ? ਉਹਦੀ ਭਗਤੀ ਸੱਚੀ ਸੀ, ਉਹਦੀ ਭਾਵਨਾ ਪਿਆਰ ਸੱਚਾ ਸੀ। ਉਹ ਪੱਥਰ ਵਿੱਚੋਂ ਵੀ ਠਾਕੁਰ ਜਿਹੜਾ ਹੈ ਆ ਗਿਆ, ਪਰਮਾਤਮਾ ਪ੍ਰਗਟ ਹੋ ਗਿਆ ਨਾ। ਜੇ ਭਗਤ ਧੰਨਾ ਜੀ he did not take the stone as God, will he attain God then? ਉਹਨੂੰ ਪਰਮਾਤਮਾ ਮਿਲਣਾ ਸੀ? ਨਹੀਂ ਮਿਲਣਾ ਨਾ, ਪੱਥਰ ਤੋਂ ਮਿਲਿਆ ਨਾ। ਸੋ ਪੱਥਰ ਜਿਹੜਾ ਹੈ ਉਹ ਵੀ ਜ਼ਰੂਰੀ ਹੈ, ਬਿਕਾਜ਼ ਉਹ ਰਿਸ਼ਤਾ ਜ਼ਰੂਰੀ। ਦਿਸ ਇਜ਼ ਵੇਅਰ ਸਮਟਾਈਮਸ ਵੀ ਆਰ misleaded in this world, because why people say Shabd Guru, Shabd Guru, Shabd, yeah, but how are you going to reach to Shabd Guru when you don't even respect your Guru? Sri Guru Granth Sahib you don't respect as a Guru, as the body of a Guru, you don't respect him like that, and how are you going to reach to Shabd Guru? You are way far from the reality, because ਰਿਸ਼ਤਾ ਨਹੀਂ ਬਣਨਾ ਨਾ। ਜਿਵੇਂ ਹੁਣ ਕੋਈ ਕਹੇਗਾ ਹਾਂਜੀ ਮੇਰੇ ਜਿਹੜੇ ਮਾਂ ਪਿਓ ਹੈ, ਮੈਂ ਹੁਣ ਅੰਮ੍ਰਿਤ ਛਕ ਲਿਆ, ਮੇਰਾ ਪਿਤਾ ਗੁਰੂ ਗੋਬਿੰਦ ਸਿੰਘ, ਮੇਰੀ ਮਾਤਾ ਸਾਹਿਬ ਕੌਰ ਹੈ। ਫਿਰ ਜਿਹੜੇ ਆਪਣੇ ਓਨ ਪੈਰੈਂਟਸ ਆ, ਬਲੱਡ ਪੈਰੈਂਟਸ ਹਨ, ਇਹ ਤੁਸੀਂ ਕੁਛ ਨਹੀਂ ਹੈਗੇ ਨਾ। ਯੂ ਆਰ ਨਾਟ ਮਾਈ ਮਦਰ, ਯੂ ਆਰ ਨਾਟ ਮਾਈ ਫਾਦਰ ਐਨੀ ਮੋਰ, ਮਾਈ ਫਾਦਰ ਇਜ਼ ਗੁਰੂ ਗੋਬਿੰਦ ਸਿੰਘ, ਮਾਈ ਮਦਰ ਇਜ਼ ਦੈਟ ਰਾਈਟ? ਨਹੀਂ ਨਾ। ਦੇਖੋ ਇੱਥੇ ਆਪਾਂ ਨੂੰ ਇੱਥੇ ਸਮਝਣ ਦੀ ਲੋੜ ਹੈ, ਬਿਕੋਜ਼ ਇਹ ਮਾਂ ਬਾਪ ਜਿਨ੍ਹਾਂ ਨੇ ਜਨਮ ਦਿੱਤਾ, ਜਿਨ੍ਹਾਂ ਨੇ ਪਾਲਿਆ, ਸੋ ਦੇ ਹੈਵ ਦੇਅਰ ਪੋਜੀਸ਼ਨ।
ਬਟ ਆਪਣੇ ਜਿਹੜੇ ਮਾਤਾ ਪਿਤਾ ਸਾਰਿਆਂ ਦੇ ਨੇ ਉਹ ਗੁਰੂ ਗੋਬਿੰਦ ਸਿੰਘ ਤੇ ਮਾਤਾ ਸਾਹਿਬ ਕੌਰ, ਯੈਸ। ਪਰ ਜੇ ਆਪਾਂ ਆਪਣੇ ਮਾਂ-ਬਾਪ ਦਾ ਨਹੀਂ ਰਿਸਪੈਕਟ ਕਰੋਗੇ, ਤੁਸੀਂ ਗੁਰੂ ਗੋਬਿੰਦ ਸਿੰਘ ਦਾ ਕਿਵੇਂ ਰਿਸਪੈਕਟ ਕਰੋਗੇ? ਹਾਊ ਵਿਲ ਯੂ ਨੋ ਹਾਊ ਟੂ ਰਿਸਪੈਕਟ ਅ ਫਾਦਰ when your real father you don't respect? How will you give the respect to Guru Gobind Singh? How will you know the fatherly figure in your life? ਨਹੀਂ ਹੁੰਦਾ ਨਾ। ਸੋ ਇਸੇ ਕਰਕੇ ਮਹਾਰਾਜ ਨੇ ਇਹ ਜਿਹੜਾ ਹਨ, ਭਾਵੇਂ ਆਪਾਂ ਕਹਿ ਦਈਏ ਗਿਆਨ ਅਵਸਥਾ ਵਿੱਚ when you are one with God, you say everything is God, yes, but are you in that level yet? We haven't even started yet and we are talking about that level. ਸੋ ਇਹ wrong ਹੋ ਜਾਂਦਾ ਹੈ, ਬੰਦਾ ਮਿਸਗਾਈਡਡ ਹੋ ਜਾਂਦਾ ਹੈ। ਇਸ ਕਰਕੇ ਉਹ ਜਿਹੜਾ ਪੋਜੀਸ਼ਨ ਬਣਾਉਣਾ ਬਹੁਤ ਜ਼ਰੂਰੀ। ਜਿਵੇਂ ਭਾਈ ਲਹਿਣਾ ਜੀ ਗੁਰੂ ਨਾਨਕ ਦਾ ਸੇਵਕ ਬਣਿਆ, ਉਹਨਾਂ ਨੇ ਸੇਵਾ ਕੀਤੀ, ਵਾਟ ਐਵਰ ਗੁਰੂ ਨਾਨਕ ਸੇਡ ਹੀ ਡਿਡ। ਜਿਵੇਂ ਵੀ ਮਹਾਰਾਜ ਨੇ ਕਿਹਾ ਉਵੇਂ ਉਹਨਾਂ ਨੇ ਕੀਤਾ। ਬਟ ਐਟ ਲਾਸਟ ਜਦੋਂ ਉਹ ਮਹਾਰਾਜ ਦੇ ਜਿਹੜਾ ਹਨ, ਮਹਾਰਾਜ ਨੇ ਉਹਦੇ ਤੇ ਖੁਸ਼ੀ ਪਾਈ, ਗੁਰੂ ਨਾਨਕ ਦੇਵ ਜੀ ਨੇ ਉਹਨੂੰ ਆਪਣਾ ਅੰਗ ਬਣਾ ਕੇ, ਅੰਗਦ ਬਣਾ ਕੇ ਉਹਨੂੰ ਗੁਰੂ ਨਾਨਕ ਨੇ ਮੱਥਾ ਟੇਕਿਆ। ਬਟ ਦੈਟ ਇਜ਼ ਸਮਥਿੰਗ ਦੈਟ ਦ ਗੁਰੂ ਵਿਲ ਗਿਵ ਯੂ। ਮਹਾਰਾਜ ਗਿਵਸ, ਉਹ ਪੋਜੀਸ਼ਨ ਦਿੰਦੇ ਨੇ, ਪਰ ਉਹ ਗੁਰੂ ਦੀ ਖੁਸ਼ੀ ਹੈ। ਯੂ ਕੈਨ ਡਿਮਾਂਡ ਫॉर ਇਟ। ਤੁਸੀਂ ਮੰਗ ਨਹੀਂ ਸਕਦੇ, ਤੁਸੀਂ ਕਹਿ ਨਹੀਂ ਸਕਦੇ ਮੈਂ ਇੰਨੀ ਸੇਵਾ ਕੀਤੀ ਮੈਨੂੰ ਇਹ ਦਿਓ, ਨੋ, ਯੂ ਕੈਨ ਡੂ ਦੈਟ। ਸੋ ਇਸੇ ਕਰਕੇ ਮਹਾਰਾਜ ਜੀ ਇੱਥੇ ਸਮਝਾਉਂਦੇ ਨੇ ਵੀ ਇੱਕ ਗੁਰੂ ਗੁਰੂ ਹੁੰਦਾ, ਇੱਕ ਸਿੱਖ ਸਿੱਖ ਹੁੰਦਾ ਹੈ। ਪਰ ਜਦੋਂ ਉਹ ਸਿੱਖ ਨੂੰ ਗੁਰੂ ਦੀ ਖੁਸ਼ੀ ਪ੍ਰਾਪਤ ਹੁੰਦੀ ਆ, ਗੁਰੂ ਉਹਨੂੰ ਖਿੱਚ ਕੇ ਆਪਣੇ ਲੈਵਲ ਤੇ ਲੈ ਕੇ ਆਉਂਦਾ ਹੈ, ਆਪਣੇ ਨਾਲ ਮਿਲਾਉਂਦਾ ਹੈ, ਫਿਰ ਪਰਮੇਸ਼ਰ ਨਾਲ ਮਿਲਾਉਂਦਾ, ਉਹ ਗੁਰੂ ਦੀ ਖੁਸ਼ੀ ਹੈ। ਬਟ ਹੈਵਿੰਗ ਅ ਗੁਰੂ ਟੂ ਬੀ ਰਿਸਪੈਕਟਡ ਇਜ਼ ਵੈਰੀ ਇੰਪੋਰਟੈਂਟ। So this is the main reason why we have to respect Guru Nanak as God himself. You have to do that, because if you don't do that, then where are you going to find God? ਤੁਹਾਨੂੰ ਫਿਰ ਰੱਬ ਕਿੱਥੇ ਦਿਸੇਗਾ? ਕੌਣ ਆ ਰੱਬ ਫਿਰ ਜੇ ਗੁਰੂ ਨਾਨਕ ਨਹੀਂ ਰੱਬ? You know, so this is where we sometimes we are confused. ਆਪਾਂ ਕਹਿੰਦੇ ਗੁਰੂ ਨਾਨਕ ਕਹਿੰਦਾ ਉਹ ਪਰਮੇਸ਼ਰ ਆ। ਯੈਸ, ਗੁਰੂ ਨਾਨਕ ਕਹਿੰਦਾ ਉਹ ਪਰਮੇਸ਼ਰ ਹੈ, ਪਰ ਇੱਕ ਸਿੱਖ ਦੀ ਭਾਵਨਾ ਹੈ ਉਹ ਪਰਮੇਸ਼ਰ ਨੂੰ ਆਪਣੇ ਗੁਰੂ ਵਿੱਚ ਦੇਖਣ ਦੀ, ਕਿਉਂਕਿ ਗੁਰੂ ਪਰਮੇਸ਼ਰ ਏਕ ਹੈ। ਗੁਰੂ ਤੇ ਪਰਮੇਸ਼ਰ ਇੱਕ ਹੈ, ਕੋਈ ਫਰਕ ਨਹੀਂ ਉਹਨਾਂ ਦੇ ਵਿੱਚ। ਗੁਰਬਾਣੀ ਵੀ ਇਹ ਗੱਲ ਕਹਿੰਦੀ ਹੈ ਨਾ। ਸੋ ਇਹ ਚੀਜ਼ ਨੂੰ ਪਹਿਲਾਂ ਆਪਾਂ ਨੂੰ ਇਹਦਾ ਫੰਡਾਮੈਂਟਲ ਜਿਹੜਾ ਇਹ ਅੰਡਰਸਟੈਂਡਿੰਗ ਨੂੰ ਆਪਾਂ ਨੂੰ ਐਸਟੈਬਲਿਸ਼ ਕਰਨਾ ਪੈਣਾ, ਫਿਰ ਤਾਂ ਆਪਾਂ ਗਾਂ ਲੰਘ ਸਕਦੇ ਹਾਂ। ਹਾਂਜੀ, ਸੋ ਮਹਾਰਾਜ ਜੀ ਕਹਿੰਦੇ ਕਿ ਇਹਦੇ ਵਿੱਚ ਗੁਰੂ ਦਾ ਤੇ ਇਹ ਜਾਤ ਦਾ, ਕਿਉਂਕਿ ਗੁਰੂ ਸਰੀਰ ਨਹੀਂ ਹੈ, ਗੁਰੂ ਜੋਤ ਹੈ। ਗੁਰੂ ਜਿਹੜਾ ਹੈ, ਜਦੋਂ ਸਿੱਖ ਦੀ ਭਾਵਨਾ ਜੋ ਸਪਿਰਿਚੁਅਲ ਲੈਵਲ ਉੱਤੇ ਜਾਂਦਾ, ਉਹ ਗੁਰੂ ਨੂੰ ਇੱਕ ਸਰੂਪ ਵਿੱਚ ਦੇਖਦਾ ਹੈ, ਉਹਦੇ ਵਿੱਚ ਭਾਵਨਾ ਰੱਖਦਾ। ਓਕੇ, ਨਾਓ ਫੋਰ ਐਗਜ਼ਾਮਪਲ ਟੇਕ ਬਾਬਾ ਬੁੱਢਾ ਜੀ। ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਦੀ ਜਿਹੜੀ ਹੈ ਸੇਵਾ ਕੀਤੀ। ਹੀ ਵਾਸ ਆਲਰੇਡੀ ਅ ਬ੍ਰਹਮ ਗਿਆਨੀ ਵੈਨ ਹੀ ਸੌ ਗੁਰੂ ਨਾਨਕ ਦੇਵ ਜੀ। ਉਹ ਤਾਂ ਬ੍ਰਹਮ ਗਿਆਨੀ ਬਣ ਚੁੱਕੇ ਸਨ, ਉਹਨਾਂ ਨੂੰ ਤਾਂ ਸਾਰੇ ਕਿਤੇ ਪਰਮਾਤਮਾ ਦੇ ਸਨ, ਬਟ ਯੈਟ ਹੀ ਸਰਵਡ ਗੁਰੂ ਨਾਨਕ ਐਸ ਅ ਟਰੂ ਸਿੱਖ। ਉਦੋਂ ਵੀ ਉਹਨਾਂ ਨੇ ਸਿੱਖ ਦੀ ਤਰ੍ਹਾਂ ਮਹਾਰਾਜ ਦੀ ਰਿਸਪੈਕਟ ਕੀਤੀ, ਮਹਾਰਾਜ ਦੀ ਸੇਵਾ ਕੀਤੀ। ਇੱਥੋਂ ਤੱਕ ਮੁੱਕਿਆ ਨਹੀਂ ਕੰਮ। ਹੀ ਸਰਵਡ ਅੰਟਿਲ ਗੁਰੂ ਹਰਗੋਬਿੰਦ ਸਾਹਿਬ ਜੀ। ਦੈਟਸ ਵਾਈ ਮਹਾਰਾਜ ਕਿਨ ਕਿਹਾ ਨਾ, ਬਾਬਾ ਬੁੱਢਾ ਜੀ ਸਿੱਖੀ ਦੀ ਹੱਦ ਹੈ। ਭਾਵੇਂ ਉਹਨਾਂ ਨੂੰ ਸਾਰੇ ਪਾਸੇ ਪਰਮਾਤਮਾ ਦਾ ਸਾਰਾ ਗਿਆਨ ਉਹਨਾਂ ਨੂੰ ਪ੍ਰਾਪਤ ਹੋ ਗਿਆ, ਪਰ ਫਿਰ ਵੀ ਉਹਨਾਂ ਨੇ ਗੁਰੂ ਨੂੰ ਹੀ ਰੱਬ ਮੰਨਿਆ। ਉਹਨਾਂ ਨੂੰ ਪਰਮੇਸ਼ਰ ਜਾਣ ਕੇ ਉਹਨਾਂ ਨੇ ਸੇਵਾ ਕੀਤੀ। ਉਹ ਹੰਕਾਰੀ ਨਹੀਂ ਬਣੇ। ਦੈਟ ਇਜ਼ ਦ ਡਿਫਰੈਂਸ ਨਾ। ਹੁਣ ਕੋਈ ਕਹਿ ਸਕਦਾ ਮੈਂ ਯੋਗੀ ਬਣ ਕੇ ਆਈ ਕੈਨ ਅਟੇਨ ਗੋਡ, ਬਟ ਅਟੇਨ ਗੋਡ ਕਰਕੇ ਉਹਨੂੰ ਕੀ ਮਿਲੇਗਾ? ਹੰਕਾਰ ਮਿਲੇਗਾ। ਉਹ ਥੋੜਾ ਮਾਣ ਹੋਊਗਾ, ਦੇਖੋ ਮੈਂ ਵੱਡਾ ਹਾਂ, all these people are below me because they don't understand God. I am the only one who understands God. I am the only one who sees God. ਹੰਕਾਰ ਆ ਗਿਆ ਨਾ। Baba Buddha ji got that padvi from Guru Nanak itself, but yet he saw Guru Angad Dev ji as the Guru, as the God himself. See, this is the bhavana of a Sikh, because Sikh will get to the highest level without an iota of ego. ਉਹਨਾਂ ਵਿੱਚ ਇੱਕ ਭੋਰਾ ਵੀ ਜਿਹੜੇ ਹਨ ਈਗੋ ਨਹੀਂ ਰਹਿਣੀ। ਇਹ ਚੀਜ਼ ਹੈ। That's why in Sikhi is the only way for you to get liberation. No other way, no other dharma can give you mukti other than Sikh. ਕਿਉਂਕਿ ਇਹ ਸਮੇਂ ਦੇ ਵਿੱਚ ਗੁਰੂ ਮਹਾਰਾਜ ਉਹ ਅਵਸਥਾ ਤੱਕ ਪਹੁੰਚਣ ਵਾਸਤੇ ਨਾ ਕੋਈ ਵਿਰਲਾ ਹੀ। ਦੇਖੋ ਦੁਨੀਆ 'ਚ ਕਿੰਨੇ ਵਿਰਲੇ ਨੇ, ਭਗਤ ਕਬੀਰ ਵਰਗੇ ਕਿੰਨੇ ਕੁ ਹੋ ਜਾਣਗੇ। ਇੱਥੇ ਤਾਂ ਗੁਰੂ ਮਹਾਰਾਜ ਨੇ ਕਹਿੰਦੇ ਲੱਖਾਂ ਕਰੋੜਾਂ ਨੂੰ ਤਾਰ ਦਿੱਤਾ, ਕਿਉਂਕਿ ਮਹਾਰਾਜ ਨੇ ਇੱਕ ਸਟਰਕਚਰ ਬਣਾ ਦਿੱਤਾ, ਇੱਕ ਸਿੱਖ ਨੂੰ ਗਾਈਡ ਵੀ ਕਰ ਦਿੱਤਾ, ਸਿੱਖ ਦੇ ਉੱਤੇ ਕਿਰਪਾ ਵੀ ਕਰ ਦਿੱਤੀ ਉਹ ਚੀਜ਼ ਨੂੰ ਪ੍ਰਾਪਤ ਕਰਨ ਵਾਸਤੇ। ਸੋ ਇਸ ਕਰਕੇ ਮਹਾਰਾਜ ਜੀ ਇੱਥੇ ਕਹਿੰਦੇ ਹਨ ਜਾਤ ਸਰੀਰਾਂ ਦੀ ਹੈ, ਕਿ ਜਾਤ ਸਿਰਫ ਬੋਡੀ ਦੀ ਹੁੰਦੀ ਹੈ, ਆਤਮਾ ਦੀ ਨਹੀਂ ਹੁੰਦੀ। ਸੋ ਸਰੀਰ ਬੈਂਸ ਜਾਵਨੇ ਹੈ। ਓਕੇ, ਹੁਣ ਇਹ ਸਰੀਰ ਤਾਂ ਮੁੱਕ ਜਾਣੇ ਨੇ। ਹੁਣ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ, ਨਾਨਕੇ ਤੇ ਦਾਦਕੇ ਦਾ ਜਿਹੜਾ ਹਨ ਗੋਦ ਛੱਡ ਕੇ ਫੇਰ ਰਿਸ਼ਤਾ ਕਰਨਾ। ਦੇਖੋ ਇਹ ਸਰੀਰ ਦਾ ਮਰਿਆਦਾ ਹੈ, ਇਹ ਬੋਡੀ ਦੀ ਮਰਿਆਦਾ ਹੈ, ਇਹ ਬੋਡੀ ਦਾ ਜਿਹੜਾ ਹੈ ਇਹ ਬੋਡੀ ਦਾ ਰਿਸ਼ਤਾ ਹੈ। ਪਰ ਜਿਹੜਾ ਆਤਮਾ ਦਾ ਕਹਿੰਦੇ ਉਹ ਤਾਂ ਕੁਝ ਵੀ ਨਹੀਂ ਹੈ ਉੱਥੇ। ਉੱਥੇ ਨਾ ਜੋਤ ਹੈ, ਨਾ ਜਾਤ ਹੈ, ਕੁਝ ਵੀ ਨਹੀਂ ਹੈ।
ਅੱਗੇ ਜਾਤ ਨਾ ਜੋਰ ਹੈ, ਅੱਗੇ ਜਿਉ ਨਵੇਂ। ਹੁਣ ਦੇਖੋ ਆਸਾ ਦੀ ਵਾਰ ਦੇ ਵਿੱਚ ਆਪਾਂ ਇਹ ਸ਼ਬਦ ਪੜ੍ਹਦੇ ਹਾਂ, ਅੱਗ ਹੈ ਜਾਤ ਨਾ ਜੋਰ ਹੈ। ਕਹਿਣ ਲੱਗੇ ਅੱਗੇ ਇਸ ਸਰੀਰ ਤੋਂ ਜਦੋਂ ਆਪਾਂ ਅੱਗੇ ਜਾਂਦੇ ਹਾਂ, ਵੀ ਗੋ ਟੂ ਦ ਨੈਕਸਟ ਵਰਲਡ, ਕਹਿੰਦੇ ਉੱਥੇ ਨਾ ਜਾਤ ਹੁੰਦੀ ਆ, ਨਾ ਜੋਰ, ਨਾ ਸਟਰੈਂਗ ਕਿਸੇ ਦਾ ਚੱਲਦਾ ਹੈ। ਉੱਥੇ ਕੋਈ ਸਟਰੈਂਗ ਨਹੀਂ ਵਰਤ ਸਕਦਾ, ਆਪਣੀ ਤਾਕਤ ਨਹੀਂ ਵਰਤ ਸਕਦਾ। ਹੁਣ ਇੱਥੇ ਜਦੋਂ ਤੱਕ ਆਪਾਂ ਮਾਨਸੀ ਹਾਲਾਤ ਦੇ ਵਿੱਚ ਹਾਂ, ਇਹ ਚੀਜ਼ਾਂ ਚੱਲਦੀਆਂ ਨੇ। ਵੈਨ ਯੂ ਗੋ ਟੂ ਦ ਸਪਿਰਿਚੁਅਲ ਲੈਵਲ, ਦੈਨ ਉੱਥੇ ਨਾ ਜਾਤ ਹੈ ਨਾ ਜੋਰ ਹੈ, ਉੱਥੇ ਨਾ ਜੋਰ ਚੱਲੇਗਾ ਨਾ ਜਾਤ ਚੱਲੇਗੀ। ਤੇ ਮਹਾਰਾਜ ਜੀ ਅੱਗੇ ਕਹਿੰਦੇ ਅੱਗੇ ਜਿਉ ਨਵੈ, ਅੱਗੇ ਜਿਉ ਨਵੈ, ਉੱਥੇ ਨਵਾਂ ਜੀਵ ਹੈ। ਉੱਥੇ ਜਿਉ ਇਹ ਸਰੀਰ ਦੇ ਵਿੱਚੋਂ ਜਿਹੜੀ ਸੂਖਸ਼ਮ ਰੋਹ ਹੈ ਨਾ, ਜੋ ਸੂਖਸ਼ਮ ਸਰੀਰ ਹੈ, ਉਹ ਰੋਹ ਜਿਹੜੀ ਉਹ ਨਵਾਂ ਹੈ, ਉਹ ਨਵਾਂ ਹੈ, ਉਹ ਨਵੀਂ ਹੈ। ਉਹ ਨਵੀਂ ਮੀਨਸ the thing that is not linked to any of the worldly lineage, ਉਹ ਫਿਰ ਨਵੀਂ ਹੋ ਜਾਂਦੀ ਹੈ। ਮਤਲਬ ਉਹ ਸਾਰੀਆਂ ਲੀਨੀਏਜ ਚੋਂ ਬਾਹਰ ਨਿਕਲ ਜਾਂਦੀ ਹੈ, ਸਾਰੇ ਧਰਮਾਂ ਤੋਂ ਬਾਹਰ ਹੋ ਜਾਂਦੀ ਹੈ। ਫਿਰ ਕੀ ਹੁੰਦਾ ਹੈ? ਜਿਨ ਕੀ ਲੇਖੈ ਪਤ ਪਵੈ। ਮਹਾਰਾਜ ਕਹਿੰਦੇ ਜਿਨ੍ਹਾਂ ਦੀ ਜਿਹੜੇ ਹਨ ਪਤ, ਇੱਜ਼ਤ ਲੇਖੇ ਵਿੱਚ ਪੈ ਜਾਵੇ, ਜਿਨ੍ਹਾਂ ਦੀ ਇੱਜ਼ਤ ਪਰਮਾਤਮਾ ਲੇਖੇ ਵਿੱਚ ਪਾ ਦੇਵੇ। ਨਾ ਯੂ ਕੈਨ ਬੀ ਡੂਇੰਗ ਅ ਲੋਟ ਆਫ ਵਰਕ ਐਟ ਹੋਮ। ਤੁਸੀਂ ਸੈਟਰਡੇ ਸੰਡੇ ਕੰਮ ਕਰਦੇ, ਤੁਹਾਨੂੰ ਤਨਖਾਹ ਮਿਲਦੀ ਹੈ? ਨਹੀਂ ਨਾ। ਤੁਸੀਂ ਕੰਮ ਕਰਦੇ ਹੋ, ਤੁਹਾਨੂੰ ਕੋਈ ਤਨਖਾਹ ਨਹੀਂ ਦਿੰਦਾ। ਹਾਂਜੀ, ਜਿਹੜੀਆਂ ਮਾਈਆਂ ਹਾਊਸ ਵਾਈਫ ਹੁੰਦੀਆਂ ਨੇ, ਸਾਰੀ ਉਮਰ ਘਰ ਦਾ ਕੰਮ ਕਰਦੀਆਂ, ਕਿਸੇ ਨੇ ਸੈਲਰੀ ਦਿੱਤੀ ਉਹਨਾਂ ਨੂੰ ਹੁਣ ਤੱਕ? ਨਹੀਂ ਨਾ। ਕਹਿੰਦੇ ਇਸੇ ਤਰ੍ਹਾਂ ਹੀ ਹੈ, ਜਦੋਂ ਆਪਾਂ ਨਾ ਕੰਮ ਕਰੀਏ, ਯੂ ਆਰ ਐਮਪਲੋਇਡ, ਤੁਸੀਂ ਕੋਈ ਐਮਪਲੋਇਮੈਂਟ ਵਿੱਚ ਜਾਂਦੇ ਹੋ, ਤੁਹਾਨੂੰ ਜਿੰਨਾ ਕੰਮ ਤੁਸੀਂ ਕਰਦੇ ਹੋ ਤੁਹਾਨੂੰ ਤਨਖਾਹ ਮਿਲਦੀ ਆ। ਤੁਹਾਡਾ ਟਾਈਮ ਫਿਕਸ ਕੀਤਾ ਜਾਂਦਾ, ਤੁਸੀਂ ਇਹ ਟਾਈਮ ਤੋਂ ਇਹ ਟਾਈਮ ਕੰਮ ਕਰਨਾ ਹੈ। ਪਰ ਜਦੋਂ ਤੁਸੀਂ ਇਹਦੇ ਤੋਂ ਉੱਤੇ ਉੱਠ ਖੜੋ, ਤੁਸੀਂ ਮਤਲਬ ਐਮਪਲੋਇਮੈਂਟ ਕੰਟਰੈਕਟ ਵਿੱਚ ਨਾ ਆਓ, ਤਾਂ ਤੁਸੀਂ ਜਿੰਨਾ ਮਰਜ਼ੀ ਕੰਮ ਕਰ ਲਓ, ਤੁਹਾਨੂੰ ਕਿਸੇ ਨੇ ਪੇ ਨਹੀਂ ਕਰਨਾ। ਇਸੇ ਤਰ੍ਹਾਂ ਹੀ ਕਹਿੰਦੇ ਨੇ ਵੀ ਜਦੋਂ ਜੀਵਨ ਦੇ ਵਿੱਚ ਨਾ, ਕਹਿੰਦੇ ਜਿਨਕੀ ਲੇਖੇ ਪੱਤ ਪਵੈ। ਹੁਣ ਤੁਸੀਂ ਜਿੰਨੀ ਮਰਜ਼ੀ ਸੇਵਾ ਕਰ ਲਓ, ਜੇ ਹਉਮੈ ਨਾਲ ਕੀਤੀ ਹੈ, ਜਿੰਨਾ ਮਰਜ਼ੀ ਸਿਮਰਨ ਕਰ ਲਓ, ਜੇ ਤੁਸੀਂ ਹਉਮੈ ਨਾਲ ਕੀਤੀ ਹੈ ਤਾਂ ਕੋਈ ਫਾਇਦਾ ਨਹੀਂ। ਨੋਬਡੀ ਇਜ਼ ਗੋਇੰਗ ਟੂ ਕਾਊਂਟ। ਉਹ ਕਾਊਂਟ ਉਦੋਂ ਸ਼ੁਰੂ ਹੋਣਾ ਹੈ ਵੈਨ ਯੂ ਹੈਵ ਅਨਡਾਊਟਫੁਲ ਫੇਥ ਔਨ ਗॉड। ਪਰਮਾਤਮਾ ਵਿੱਚ ਤੁਹਾਡਾ ਫੇਥ ਹੋ ਗਿਆ, ਤੁਹਾਡੇ ਜੀਵਨ ਵਿੱਚ ਗੁਰੂ ਆ ਗਿਆ। ਵਿਦਆਊਟ ਗੁਰੂ ਨਾਨਕ ਯੂ ਕੈਨ ਬੀ ਡੂਇੰਗ ਸਿਮਰਨ ਹਾਊ ਮਚ ਯੂ ਵਾਂਟ, ਉਹ 0 ਤੁਸੀਂ ਪਾਈ ਜਾਓ, ਕੋਈ ਵੈਲਿਊ ਨਹੀਂ। ਪਰ ਜਿੱਦਨ ਤੁਹਾਡੇ ਜੀਵਨ ਵਿੱਚ ਗੁਰੂ ਨਾਨਕ ਆ ਗਿਆ, ਦ ਵਨ ਕਮਸ ਦਾ, ਇੱਕ ਆ ਗਿਆ, ਫਿਰ ਉਹਦਾ ਵੈਲਿਊ 10 ਗੁਣਾ ਵੱਧਦਾ ਹੈ। ਸੋ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨਾ, ਜਿਨਕੀ ਲੇਖੇ ਪੱਤ ਪਵੈ, ਜਿਨ੍ਹਾਂ ਦਾ ਕੀਤਾ ਹੋਇਆ ਕਰਮ ਉਹਨਾਂ ਦੇ ਲੇਖੇ ਵਿੱਚ ਪੈ ਜਾਵੇ, ਉਹਨਾਂ ਦੀ ਇੱਜ਼ਤ ਵਿੱਚ ਪੈ ਜਾਵੇ, ਤਾਂ ਕਹਿੰਦੇ ਫਿਰ ਕੀ ਹੁੰਦਾ ਹੈ? ਚੰਗੇ ਸੇ ਕਹਿੰਦੇ ਉਹੀ ਚੰਗੇ ਨੇ, ਉਹੀ ਚੰਗੇ ਮੰਨੇ ਜਾਂਦੇ ਨੇ, ਉਹੀ ਚੰਗੇ ਗਿਣੇ ਜਾਂਦੇ ਨੇ ਅਗਲੀ ਦੁਨੀਆ ਦੇ ਵਿੱਚ, ਤਾਂ ਇਹ ਦੁਨੀਆ ਵਿੱਚ ਵੀ ਉਹੀ ਚੰਗੇ ਮੰਨੇ ਜਾਂਦੇ ਨੇ। ਸੋ ਇਹ ਆਸਾ ਦੀ ਵਾਰ ਦੀ ਇਹ ਜਿਹੜੀ ਪੰਕਤੀ ਗੁਰੂ ਅਮਰਦਾਸ ਜੀ ਨੇ ਪੜ੍ਹ ਕੇ ਉਹਨਾਂ ਨੂੰ ਉਪਦੇਸ਼ ਦਿੱਤਾ। ਤੇ ਇੱਥੇ ਜਿਹੜਾ ਹੈ, ਜਿਹੜਾ ਪ੍ਰਿਥੀ ਮਲ ਤੁਲਸਾ ਭਲਾ, ਇਹਨਾਂ ਨੂੰ ਮਹਾਰਾਜ ਨੇ ਇੱਥੋਂ ਤੱਕ ਉਪਦੇਸ਼ ਦਿੱਤਾ। ਤੇ ਗੁਰੂ ਮਹਾਰਾਜ ਜੀ ਕਹਿੰਦੇ ਹਨ, ਉਹ ਪਹਿਲੀ ਪੰਕਤੀ ਫਿਰ ਪੜ੍ਹ ਦਿਓ। ਅੱਗੇ ਜਾਤ ਨਾ ਜੋਰ ਹੈ, ਅੱਗੇ ਜਿਉ ਨਵੇਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।